ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਬ੍ਰਦਰ ਕਵਾਲ ਜੀ, ਆਪਾਂ ਸ਼ੁਕਰ ਕਰਦੇ ਹਾਂ ਪਰਮੇਸ਼ਰ ਦਾ। ਹਾਲੇਲੂਇਆ। ਅੱਜ ਆਪਾਂ ਨੂੰ ਮੌਕਾ ਮਿਲਿਆ ਫਿਰ ਆਪਾਂ ਆਮੇਨ। ਬਾਈਬਲ ਸਟੱਡੀ ਕਰ ਸਕੀਏ, ਪ੍ਰੇਜ਼ ਦ ਲਾਰਡ। ਬੱਚਿਆਂ ਚੋਂ ਸਿੱਖ ਸਕੀਏ। ਕੁਝ ਸਵਾਲ ਆਪਾਂ ਕਰ ਰਹੇ ਹੈਗੇ ਪਿਛਲੇ ਕੁਝ ਸਮੇਂ ਤੋਂ ਪਵਿੱਤਰ ਆਤਮਾ ਦੇ ਬਾਰੇ, ਵਾਹ ਤੇ ਅੱਜ ਵੀ ਆਪਾਂ ਕੁਝ ਬਾਕੀ ਦੇ ਹੋਰ ਸਵਾਲ ਕਰਾਂਗੇ। ਤੇ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਭਜਨ ਜ਼ਬੂਰ ਸਾਮਜ਼ 100 ਅੱਜ ਪੜਾਂਗੇ। ਆਮੇਨ। ਹਾਂਜੀ, ਉਸ ਦੇ ਵਿੱਚ ਹੈ, ਹੇ ਸਾਰੀ ਧਰਤੀ ਦਿਓ ਯਹੋਵਾ ਲਈ ਲਲਕਾਰੋ, ਆਮੇਨ। ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ, ਹਾਲੇਲੂਇਆ। ਜੈ ਜੈਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ। ਜਾਣ ਰੱਖੋ ਕਿ ਯਹੋਵਾ ਹੀ ਪਰਮੇਸ਼ਰ ਹੈ, ਉਸ ਨੇ ਸਾਨੂੰ ਸਾਜਿਆ ਅਤੇ ਅਸੀਂ ਉਸ ਦੇ ਹਾਂ। ਅਸੀਂ ਉਹਦੀ ਪਰਜਾ ਅਤੇ ਉਹਦੀ ਜੂਹ ਦੀਆਂ ਭੇਡਾਂ ਹਾਂ। ਧੰਨਵਾਦ ਕਰਦੇ ਹੋਏ ਉਸਦੇ ਫਾਟਕਾਂ ਦੇ ਅੰਦਰ ਅਤੇ ਉਸ ਤੇ ਉਸਤਤ ਕਰਦੇ ਹੋਏ ਉਸਦੇ ਦਰਬਾਰ ਵਿੱਚ ਆਓ। ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾ ਤਾਂ ਭਲਾ ਹੈ, ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਓ ਪੀੜ੍ਹੀ ਤੱਕ ਹੈ। ਪਰਮੇਸ਼ਰ ਪਿਤਾ, ਆਮੇਨ। ਆਪ ਦਾ ਸ਼ੁਕਰ ਕਰਦੇ ਹਾਂ। ਆਪ ਨੇ ਸਾਨੂੰ ਬਣਾਇਆ। ਆਪ ਤੋਂ ਬਿਨਾਂ ਯਹੋਵਾ ਪਰਮੇਸ਼ਰ, ਆਪ ਤੋਂ ਬਿਨਾਂ ਹੋਰ ਕੋਈ ਰੱਬ ਨਹੀਂ, ਹੋਰ ਕੋਈ ਪਰਮੇਸ਼ਰ ਨਹੀਂ। ਆਪ ਹੀ ਜੀਂਦੇ ਜਾਗਦੇ ਪਰਮੇਸ਼ਰ, ਔਰ ਆਪ ਦੀ ਭਲਾਈ, ਦਇਆ, ਰਹਿਮ, ਕਿਰਪਾ ਦੇ ਲਈ ਆਪ ਦਾ ਜਿੰਨਾ ਵੀ ਸ਼ੁਕਰ ਕੀਤਾ ਜਾਏ ਥੋੜਾ ਹੈ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ। ਪਰਮੇਸ਼ਰ ਪਿਤਾ, ਆਪ ਨੇ ਸਾਨੂੰ ਪਵਿੱਤਰ ਆਤਮਾ ਦੀ ਦਾਤ ਦਿੱਤੀ, ਜੋ ਇਸ ਵਚਨ ਦਾ ਲਖਾਰੀ ਹੈ। ਪਰਮੇਸ਼ਰ ਪਿਤਾ, ਅਸੀਂ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ। ਪਵਿੱਤਰ ਆਤਮਾ ਜੀ, ਸਾਨੂੰ ਗਾਈਡ ਕਰੋ, ਸਾਨੂੰ ਲੀਡ ਕਰੋ, ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਔਰ ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਪਰਮੇਸ਼ਰ ਪਿਤਾ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਹਾਲੇਲੂਇਆ ਜੀ ਜੀ। ਹਾਂਜੀ, ਆਪਣਾ ਜੀ ਪਵਿੱਤਰ ਆਤਮਾ ਦੇ ਬਾਰੇ ਹੀ ਹੈ ਸਵਾਲ। ਇੱਕ ਹੋਰ ਅਗਲਾ ਸਵਾਲ ਹੈ ਜੀ। ਜਦੋਂ ਰੱਬ ਸਾਡੇ ਨਾਲ ਗੱਲ ਕਰਦਾ ਹੈ, ਹਾਂਜੀ, ਤੇ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਉਹ ਪਵਿੱਤਰ ਆਤਮਾ ਗੱਲ ਕਰ ਰਿਹਾ, ਯਿਸੂ ਮਸੀਹ ਗੱਲ ਕਰ ਰਿਹਾ, ਜਾਂ ਪਿਤਾ ਪਰਮੇਸ਼ਰ ਗੱਲ ਕਰ ਰਿਹਾ? ਕਿਉਂਕਿ ਆਪਾਂ ਬਾਈਬਲ ਦੇ ਵਿੱਚ ਦੇਖਿਆ ਹੈ ਪਿਤਾ ਪਰਮੇਸ਼ਰ ਵੀ ਗੱਲ ਕਰਦੇ ਆ ਜਦੋਂ ਯਿਸੂ ਮਸੀਹ ਨੇ ਪਾਣੀ ਦਾ ਬਪਤਿਸਮਾ ਲਿਆ। ਹਾਂਜੀ ਜੀ। ਤੇ ਇਹ ਪਿਛਲੀ ਵਾਰੀ ਅਸੀਂ ਕੋਈ ਥੋੜ੍ਹਾ ਜਿਹਾ ਬਿਆਨ ਕੀਤਾ ਸੀਗਾ। ਹਾਂਜੀ। ਤੇ ਪਿਛਲੀ ਵਾਰੀ ਕਾਫੀ ਸਵਾਲ ਨੇ ਤੁਹਾਡੇ। ਹਾਂਜੀ, ਇਹ ਪਿਛਲੀ ਵਾਰੀ ਦੇਖਿਆ ਜਦੋਂ ਸਾਡੇ ਨਾਲ ਗੱਲ ਕਰਦਾ ਹੈ ਉਹ ਕੌਣ ਗੱਲ ਕਰਦਾ ਹੈਗਾ। ਹਾਂਜੀ, ਤੇ ਆਪਾਂ ਦੇਖਿਆ ਸੀਗਾ ਉਹ ਪਵਿੱਤਰ ਆਤਮਾ ਹੋ ਸਕਦਾ ਸਾਰੇ। ਅੱਛਾ ਜੀ। ਹੁਣ ਆਪਾਂ ਦੇਖਦੇ ਹੈਗੇ ਆ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਗੱਲ ਕੌਣ ਕਰ ਰਿਹਾ ਹੈਗਾ, ਥੋੜਾ ਹੋਰ। ਅੱਛਾ। ਹਾਂਜੀ, ਤੇ ਜਦੋਂ ਯਿਸੂ ਮਸੀਹ ਨੂੰ ਉਹਨੇ ਬਪਤਿਸਮਾ ਲਿਆ, ਯਿਸੂ ਮਸੀਹ ਨੇ ਸਵਰਗ ਖੁੱਲ ਗਿਆ, ਤੋਂ ਪਿਤਾ ਦੀ ਆਵਾਜ਼ ਆਈ, ਹੈ ਨਾ। ਤੇ ਜਦੋਂ ਉਹਨੇ ਕਿਹਾ ਤੂੰ ਮੇਰਾ ਪਿਆਰਾ ਪੁੱਤਰ, ਮੈਂ ਤੇਰੇ ਤੇ ਖੁਸ਼ ਹਾਂ ਜੀ। ਤੇ ਫਿਰ ਜਦੋਂ ਦਮਸ਼ਕਸ ਨੂੰ ਜਾ ਰਿਹਾ ਸੀਗਾ, ਉੱਥੇ ਉਹਦੇ ਨਾਲ ਯਿਸੂ ਮਸੀਹ ਨੇ ਗੱਲ ਕੀਤੀ। ਹੋਰ ਵੀ ਵਚਨ ਦੇ ਵਿੱਚ ਹੈਗਾ ਯਿਸੂ ਮਸੀਹ ਨੇ ਗੱਲ ਕੀਤੀ। ਫਿਰ ਵਚਨ ਦੇ ਵਿੱਚ ਇਹ ਵੀ ਆਪਾਂ ਸੁਣਦੇ ਹੈਗੇ, ਪੜ੍ਹਦੇ ਹੈਗੇ ਆ, ਪਵਿੱਤਰ ਆਤਮਾ ਨੇ ਗੱਲ ਕੀਤੀ ਜੀ। ਤੇ ਜਦੋਂ ਰੱਬ ਸਾਡੇ ਨਾਲ ਗੱਲ ਕਰ ਰਿਹਾ, ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਇਹ ਕੌਣ ਗੱਲ ਕਰ ਰਿਹਾ ਹੈਗਾ? ਪਿਤਾ, ਪੁੱਤਰ, ਪਵਿੱਤਰ ਆਤਮਾ ਇਹਨਾਂ ਦੇ। ਅੱਛਾ। ਹਾਲੇਲੂਇਆ। ਜੈ ਮਸੀਹ ਦੀ, ਜੈ ਮਸੀਹ ਦੀ। ਬਿਲਕੁਲ, ਜਦੋਂ ਅਸੀਂ ਪਿਤਾ, ਪੁੱਤਰ, ਪਵਿੱਤਰ ਆਤਮਾ ਦੀ ਗੱਲ ਕਰਨੇ ਆ, ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਕੌਣ ਗੱਲ ਕਰ ਰਿਹਾ ਹੈ। ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਬਾਈਬਲ ਜਿਹੜੇ ਤੁਸੀਂ ਰੈਫਰੈਂਸ ਦਿੱਤੇ ਨੇ ਬਿਲਕੁਲ ਠੀਕ ਹੈਗੇ ਨੇ। ਸੋ ਜਦੋਂ ਸਾਡੇ ਨਾਲ ਉਹ ਗੱਲ ਕਰਦਾ ਨਾ, ਉਹ ਪਵਿੱਤਰ ਆਤਮਾ ਦੇ ਵਸੀਲੇ ਨਾਲ ਗੱਲ ਕਰਦਾ ਹੈ। ਠੀਕ ਹੈ ਨਾ, ਕਿਉਂਕਿ
ਪਿਤਾ ਪਰਮੇਸ਼ਵਰ ਜਿਹੜਾ ਤੇ ਪ੍ਰਭੂ ਯਿਸੂ ਜਿਹੜੇ ਨੇ ਉਹ ਆਪਣੇ ਸਿੰਘਾਸਣ ਉੱਤੇ ਬੈਠੇ ਦੇ ਨੇ, ਠੀਕ ਹੈ ਨਾ। ਪਿਤਾ ਦੇ ਸੱਜੇ ਹੱਥ ਉੱਤੇ ਪ੍ਰਭੂ ਯਿਸੂ ਨੇ, ਠੀਕ ਹੈ। ਸੋ ਹੁਣ ਗੱਲ ਤੇ ਪਵਿੱਤਰ ਆਤਮਾ ਹਰ ਬਲੀਵਰਸ ਜਾਂ ਜਿਹੜਾ ਵਿਸ਼ਵਾਸੀ ਹੈ ਉਹਦੇ ਅੰਦਰ ਵਾਸ ਕਰਦਾ ਹੈ, ਠੀਕ ਹੈ ਜੀ। ਸੋ ਹੁਣ ਸਾਡਾ ਫਸਟ ਜਿਹੜਾ ਕਨੈਕਸ਼ਨ ਹੈ, ਜਿਹੜਾ ਹਰ ਵੇਲੇ ਹਰ ਬਲੀਵਰ ਦਾ ਹੋਣਾ ਚਾਹੀਦਾ ਹੈ ਔਰ ਹੁੰਦਾ ਹੈ ਕਿ ਹਰ ਗੱਲ ਲਈ ਉਹ ਉਹਨੂੰ ਪੁੱਛਦਾ ਰਹਿੰਦਾ ਹੈ ਨਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਬਈ ਉਹ ਮੈਂ ਦੂਜਾ ਮਦਦਗਾਰ ਤੁਹਾਡੇ ਘੱਲਣਾ ਵਾ, ਹੈ ਨਾ, ਸੰਤ ਯਹੋਨਾ 14:16-17 'ਚ, ਠੀਕ ਹੈ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿਤਾ ਜਿਹੜਾ ਹੈ ਹੋਲੀ ਸਪਿਰਿਟ ਦੇ ਵਸੀਲੇ ਨਾਲ ਕੰਮ ਕਰਦਾ ਹੈ, ਦੱਸਦਾ ਹੈ, ਸਾਡੇ ਨਾਲ ਗੱਲ ਕਰਦਾ ਹੈ। ਮਿਸਾਲ ਦੇ ਤੌਰ 'ਤੇ ਕਿ ਉਹਦੇ ਬਹੁਤ ਹੀ ਤਰੀਕੇ ਨੇ, ਠੀਕ ਹੈ। ਵਚਨ ਵਿੱਚ ਅਗਰ ਅਸੀਂ ਵੇਖੀਏ ਤੇ ਉਹ ਬਹੁਤ ਸਾਰੀਆਂ ਜਗ੍ਹਾ 'ਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਹਾਲਾਤ ਸਰਕਮਸਟੈਂਸਸ ਹੁੰਦੇ ਨੇ ਨਾ, ਜਿਹੜੇ ਸਾਡੀ ਜ਼ਿੰਦਗੀ 'ਚ ਆਉਂਦੇ ਨੇ ਜਾਂ ਅਸੀਂ ਕਿਧਰੇ ਜਾਂਦੇ ਹਾਂ ਤੇ ਉਹ ਹਾਲਾਤ ਦੀ ਵਜ੍ਹਾ ਨਾਲ ਵੀ ਸਾਡੇ ਨਾਲ ਉਸ ਹਾਲਾਤ ਦੀ ਵਜ੍ਹਾ ਨਾਲ ਵੀ ਗੱਲ ਕਰਦਾ ਹੈ, ਠੀਕ ਹੈ। ਕਿਉਂ ਜੇ ਤੁਸੀਂ ਇੱਕ ਵਰਸ ਪੜ੍ਹਦੇ ਹੋ, ਜਿਸ ਤਰ੍ਹਾਂ ਕਿ ਪੌਲ ਕਹਿੰਦਾ ਮੈਂ ਗਿਆ ਉੱਥੇ ਤੇ ਮੇਰੇ ਲਈ ਇੱਕ ਦਰਵਾਜ਼ਾ ਉੱਥੇ ਉਹਨੂੰ ਪਤਾ ਲੱਗਿਆ ਖੋਲ ਦਿੱਤਾ ਗਿਆ, ਠੀਕ ਹੈ। ਉਹ ਰੈਫਰੈਂਸ ਉਹਦਾ ਹੈ 2 ਕਰੰਥੀਆਂ 2:12, ਠੀਕ ਹੈ। ਸੋ ਅਸੀਂ 2 ਕਰੰਥੀਆਂ 2:12, ਠੀਕ ਹੈ। ਹਾਲੇਲੂਇਆ ਯਾ ਤੇ ਜੀ ਹਾਂ ਪੜ੍ਹਦੇ ਜੀ। ਹਾਂਜੀ ਇਹਦੇ ਵਿੱਚ 2 ਕਰੰਥੀਆਂ 2:12 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਾਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਨੂੰ ਤਰੋਆਸ ਵਿੱਚ ਅਪੜਿਆ, ਇੱਕ ਜਗ੍ਹਾ ਦਾ ਨਾਮ ਹੈ, ਠੀਕ ਹੈ, ਵਿੱਚ ਅਪੜਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੋਲ੍ਹਿਆ ਗਿਆ। ਹਾਂ ਮਤਲਬ ਇਹ ਉਹ ਕੋਈ ਵਸੀਲਾ ਬਣਾ ਦਿੰਦਾ। ਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਪ੍ਰਭੂ ਕਿਸੇ ਨਾਲ ਜਿਹੜਾ ਬਹੁਤ ਹੀ ਲੋਕਾਂ ਨੂੰ ਤਜਰਬਾ ਵੀ ਹੋਇਆ ਹੈ ਕਿ ਉਹ ਆਪਣੇ ਵਚਨ ਦੇ ਥਾਈਂ ਬੋਲਦਾ ਹੈ, ਕਲਾਮ ਦੇ ਵਸੀਲੇ ਨਾਲ ਲੋਕਾਂ ਨਾਲ ਬੋਲਦਾ ਹੈ, ਠੀਕ ਹੈ। ਯਾਨੀ ਕਿ ਉਹਦਾ ਵਚਨ ਜ਼ਬੂਰ 119 ਤੇ ਉਹਦੀ 105 ਆਇਤ 'ਚ ਨਹੀਂ ਲਿਖਿਆ, ਉਹ ਸਾਡੇ ਕਦਮਾਂ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। 119 ਦੀ 105 119 ਦੀ 105, ਠੀਕ ਹੈ। ਯਾਨੀ ਸਾਮਸ ਕੀ ਹੈ 119 ਜ਼ਬੂਰ 119 ਦੀ ਹੈ। ਤੇ ਦੂਸਰਾ ਤਮੋਥੀਅਸ ਅਗਰ ਤੁਸੀਂ ਕੱਢ ਲਓ ਉਹਦੀ 5 ਦੀ 16 ਤੇ 17 ਪੜ੍ਹਦੇ ਹੋ ਕਿ ਕਿਸ ਤਰੀਕੇ ਨਾਲ ਉਹ ਆਪਣੇ ਵਚਨ ਦੇ ਵਸੀਲੇ ਨਾਲ ਵੀ ਸਾਨੂੰ ਅਸੀਂ ਹੁਣ ਕਹਿੰਦੇ ਹਾਂ ਕਿਸੇ ਕੋਈ ਗੱਲ ਅਸੀਂ ਸੋਚ ਰਹੇ ਹਾਂ, ਕਿਸੇ ਅਰਜਨ ਵਿੱਚ ਫਸੇ ਹਾਂ, ਸੋ ਇਹ ਵੀ ਇੱਕ ਖੁਦਾ ਦਾ ਤਰੀਕਾ ਹੈ। ਅਸੀਂ ਬਾਈਬਲ ਖੋਲ੍ਹਦੇ ਹਾਂ ਤੇ ਲਿਖਿਆ ਤੇ ਜਿਹੜਾ ਇਹਦਾ ਲਿਖਾਰੀ ਹੈ ਉਹ ਤੇ ਪਵਿੱਤਰ ਆਤਮਾ ਹੀ ਹੈ ਤੇ ਉਹ ਸਾਡੀ ਮਦਦ ਕਰਦਾ ਹੈ ਤੇ ਕਿਸੇ ਤਰੀਕੇ ਨਾਲ ਉਹ ਫਿਰ ਜਦੋਂ ਵਚਨ ਪੜ੍ਹਨੇ ਕਹਿੰਦੇ ਉਹ ਇਹ ਜਵਾਬ ਹੈ। ਸੋ ਉਹ ਇੱਕ ਵਰਸ ਹੋਰ ਪੜ੍ਹ ਦਿਓ। ਪਿਛਲੀ ਵਾਰੀ ਅਸੀਂ ਵਰਸਿਸ ਬੜੀਆਂ ਘੱਟ ਪੜ੍ਹੀਆਂ। ਕਿਹੜਾ ਤੁਸੀਂ ਕਿਹਾ ਸੀਗਾ ਜੀ? 2 ਟਿਮੋਥੀ 3 ਦੀ 16 ਤੇ 17 ਜੀ ਸਰ, ਠੀਕ ਹੈ ਜੀ। ਸੋ ਆਪਣੇ ਵਚਨ ਦੇ ਥਾਈਂ ਵੀ ਇਹਦਾ ਮਤਲਬ ਹੈ ਉਹਦਾ ਵਚਨ ਵੀ ਪੜ੍ਹਨਾ ਚਾਹੀਦਾ ਹੈ। ਬਿਲਕੁਲ ਤੇ ਉਹ ਸਾਡੇ ਨਾਲ ਬੜੇ ਤਰੀਕੇ ਨੇ ਹੈ ਨਾ ਉਹਦਾ। ਹਾਂਜੀ ਜੀ ਜੀ ਹਾਂਜੀ ਆਪਣੇ ਆਪਾਂ ਪੜ੍ਹਦੇ ਹਾਂ ਜੀ 2 ਟਿਮੋਥੀ 3 ਦੀ 16 ਤੇ 17 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੀ ਗਿੜਾਉਣ ਲਈ ਗੁਣਕਾਰੀ ਹੈ। ਜੀ 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 ਆਪਣੇ 17ਵੀਂ ਹੈ ਕਿ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਹਾਂਜੀ। ਸੋ ਫਿਰ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸਾਂ ਕਿ ਖੁਦਾ ਜਿਹੜਾ ਹੈ
ਅਸੀਂ ਸਾਰੀ ਮਨੁੱਖਤਾ ਉਹਦੇ ਸਰੂਪ ਤੇ ਬਣੀ ਹੈ ਨਾ। ਅੱਛਾ, ਉਹ ਫਿਰ ਪਵਿੱਤਰ ਆਤਮਾ ਦੇ ਥਾਈ ਵੀ ਗੱਲ ਕਰਦਾ ਹੈ। ਠੀਕ ਹੈ, ਕੁਝ ਹਵਾਲੇ ਲਿਖ ਲਓ, ਗਲਤੀਆਂ 5:16 ਲਿਖ ਲਓ, ਜ਼ਬੂਰ 139 ਉਹਦੀ 7 ਤੇ 8, ਤੇ ਰੋਮਨਸ ਚੈਪਟਰ 8 26 ਤੇ 27। ਇਹ ਪਵਿੱਤਰ ਆਤਮਾ ਦੇ ਥਾਈ ਵੀ ਸਾਨੂੰ ਉਹ ਮੈਸੇਜ ਪਹੁੰਚਦਾ ਹੈ। ਦੇਖ ਲਓ ਇਹਨਾਂ ਵਿੱਚੋਂ ਕੋਈ ਵਰਸ ਦੇਖ ਲਓ, ਜਿਹੜੀ ਗਲਤੀਆਂ 5:16 ਪੜ੍ਹ ਦਿਓ, ਓਕੇ, ਕੋਈ ਪੜ੍ਹ ਦਿਓ। ਹਾਂਜੀ, ਸੋ ਖੁਦਾ ਰੂਹ ਦੀ, ਤੇ ਰੋਮਨਸ 8 ਦੀ 26-27 ਵੀ ਦੇਖ ਲਓ, ਤੇ ਬਹੁਤ ਹੀ ਤਰੀਕੇ ਨੇ, ਹੈ ਨਾ। ਹਾਂ, ਮੈਂ ਹਾਂ ਗਲਤੀਆਂ 5:16 ਵਿੱਚ ਦੇਖ ਲੈਂਦੇ ਹਾਂ ਜੀ, ਲਿਖਿਆ ਹੈਗਾ, ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਅਤੇ ਸਰੀਰ ਦੀ ਵਿਸ਼ਿਆਂ ਨੂੰ ਕਦੇ ਪੂਰੀਆਂ ਨਾ ਕਰੋ। ਹਾਂਜੀ, ਹਾਂ, ਆਤਮਾ ਦੁਆਰਾ, ਮਤਲਬ ਪਵਿੱਤਰ ਆਤਮਾ ਦੁਆਰਾ ਵਸੀਲਾ ਨਾ, ਹਾਂ, ਉਹਦੀ ਗਾਈਡੈਂਸ ਦੇ ਨਾਲ ਚੱਲੋ। ਸੋ ਖੁਦਾ ਉਹਦੇ ਥਾਈ ਵੀ ਸਾਨੂੰ ਗਾਈਡ ਕਰਦਾ ਹੈ ਨਾ। ਹਾਂਜੀ, ਆਪਾਂ ਦੇਖਦੇ ਹੈਗੇ ਆ, ਐਸਡੀ ਆਪਾਂ ਵਿੱਚ ਵੀ ਆਉਂਦਾ ਹੈਗਾ ਬਾਈਬਲ ਦੇ ਵਿੱਚ, ਪਵਿੱਤਰ ਆਤਮਾ ਨੇ ਮੈਨੂੰ ਇੱਦਾਂ ਕਿਹਾ, ਫਿਰ ਯਿਸੂ ਮਸੀਹ ਨੇ ਮੈਨੂੰ ਇੱਦਾਂ ਕਿਹਾ, ਯਿਸੂ ਮਸੀਹ ਨੇ ਮੈਨੂੰ ਰੋਕ ਲਿਆ, ਹਾਂਜੀ, ਮੈਨੂੰ ਇਸ ਤਰ੍ਹਾਂ ਕਿਹਾ। ਇਹ ਗੱਲਾਂ ਆਪਣੇ ਮੈਂ ਕਿਹਾ ਚੇਲਿਆਂ ਦੇ ਕਰਤੱਵ ਦੇ ਵਿੱਚ ਨਾ ਹੋਰ ਵੀ ਇੱਦਾਂ ਆ ਜਾਂਦੀਆਂ। ਹਾਂਜੀ, ਜਿਸ ਤਰ੍ਹਾਂ ਪਵਿੱਤਰ ਆਤਮਾ ਦੀ ਅਗਰ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ, ਉਹ ਚੇਲਿਆਂ ਦੇ ਕਰਤੱਵ, ਹਾਂਜੀ, ਉਹਦੇ 13 ਪਾਰਟ ਹੈ, ਜਿੱਥੇ ਪਾਲੂਸ ਤੇ ਬਰਨਾਬਾਸ ਨੂੰ ਘੱਲਣਾ ਸੀ, ਤੀਸਰੀ ਚੌਥੀ ਆਇਤ ਵਿੱਚ, ਹਾਂਜੀ, ਉੱਥੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਿਆ। ਹਾਂ, ਉਹ ਪੜ੍ਹਦੀ ਜੀ, ਹਾਂਜੀ, ਪੜ੍ਹਦੀ, ਕਿਉਂਕਿ ਆਪਾਂ ਦੇਖਦੇ ਹੈਗੇ ਹਾਂ ਜੀ, ਤੇ ਹਾਂ, ਬਿਲਕੁਲ ਜੀ, ਕਿ ਜਿਹੜਾ ਰੱਬ ਦਾ ਰੂਹ ਹੈ ਪਵਿੱਤਰ, ਹਾਂਜੀ, ਉਹ ਉਹਦੇ ਥਾਈ ਵੀ ਬੋਲ ਰਹੇ ਨੇ ਜੀ, ਗੱਲ ਕਰਦਾ ਹੈ, ਤੇ ਉਹ ਫਿਰ ਇਨਸਟਰਕਸ਼ਨਸ ਮਿਲਦੀਆਂ ਨੇ। ਸੋ ਇਹ ਐਕਚੁਅਲੀ ਇਹੀ ਹੈ, ਪਿਤਾ, ਪੁੱਤਰ, ਪਵਿੱਤਰ ਆਤਮਾ। ਇਹ ਵਾਕਈ ਇਹ ਸਾਰੇ ਗੱਲਬਾਤ ਕਰ ਰਹੇ ਹੁੰਦੇ ਨੇ, ਠੀਕ ਹੈ, ਲੇਕਿਨ ਇੱਕੋ ਹੀ ਪੁਆਇੰਟ ਉੱਤੇ ਹੁੰਦੇ ਨੇ, ਇੱਕ ਦੂਸਰੇ ਦੀ ਰੋਲ ਦੇ ਵਿੱਚ ਆਪਣਾ ਕੰਮ ਕਰੀ ਜਾਂਦੇ ਨੇ। ਇਹਨਾਂ 'ਚ ਕਦੀ ਕਲੈਸ਼ ਨਹੀਂ ਹੋਇਆ, ਟਕਰਾਓ ਨਹੀਂ ਹੋਇਆ, ਠੀਕ ਹੈ। ਹਾਂਜੀ, ਰੂਹਾਨੀ ਸ਼ਖਸ ਨੇ ਤਿੰਨ। ਹਾਂ, ਚੇਲਿਆਂ ਦੇ ਕਰਤੱਵ 13 ਦੀ 2 ਪੜ੍ਹਦੇ ਨੇ, ਇਹ ਦੂਸਰੀ ਆਇਤ ਹੈ, ਹਾਂ, ਸੌਰੀ, ਹਾਂ, ਉਹਦੇ ਵਿੱਚ ਲਿਖਿਆ ਹੈ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਜਦੋਂ ਚੇਲੇ ਪ੍ਰੇਅਰ ਫਾਸਟਿੰਗ ਕਰ ਰਹੇ ਸੀਗੇ, ਜੀ, ਤਾਂ ਪਵਿੱਤਰ ਆਤਮਾ ਨੇ ਕਿਹਾ, ਜੀ, ਹਾਂਜੀ, ਸਾਫ਼ ਲਿਖਿਆ, ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸਲੂਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ। ਹਾਂ, ਇਹ ਤੇ ਹੁਣ ਪਵਿੱਤਰ ਆਤਮਾ ਦੇ ਬਿਆਨ ਆ ਗਏ। ਯਿਸੂ ਦੇ ਵੀ ਬਿਆਨ ਨਾਲ ਲੈ ਲਓ, ਚਲੋ ਇੰਝ ਹੀ ਚੱਲਨੇ ਆ। ਚੇਲਿਆਂ ਦੇ ਕਰਤੱਵ 9 ਚੈਪਟਰ ਦੇ ਵਿੱਚ, ਠੀਕ ਹੈ, ਉਹਦੀ 4 ਤੇ 5ਵੀਂ ਆਇਤ ਦੇਖ ਲਓ, ਜਿੱਥੇ ਪਾਲੂਸ ਮਤਲਬ ਸਾਊਲ, ਹੈ ਨਾ, ਜਿਸ ਤਰ੍ਹਾਂ ਆਲਰੇਡੀ ਅਸੀਂ ਪਿਛਲੀ ਸਟੱਡੀਜ਼ ਵਿੱਚ ਜ਼ਿਕਰ ਕੀਤਾ ਹੈ, ਲੇਕਿਨ ਚਲੋ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ, ਹਾਂਜੀ, ਜ਼ਰਾ ਕਲੀਅਰ ਹੋ ਜਾਏ। ਹਾਂਜੀ, ਹਾਂਜੀ, ਹੁਣ ਇਹ ਆਪਣੇ ਆਪਣੇ ਰੋਲ ਵਿੱਚ ਗੱਲ ਕਰ ਰਹੇ ਨੇ, ਹੈ ਨਾ, ਆਪਣੇ ਆਪਣੇ ਰੋਲ ਵਿੱਚ। ਹਾਂ, ਹੁਣ ਇੱਥੇ ਪ੍ਰਭੂ ਯਿਸੂ ਮਸੀਹ ਆਪਣਾ ਰੋਲ ਅਦਾ ਕਰ ਰਹੇ ਨੇ ਜੀ। ਤੇ ਇੱਥੇ ਦੇਖ ਲਿਆ ਆਪਾਂ ਚੇਲਿਆਂ ਦੇ ਕਰਤੱਵ, ਰਸੂਲਾਂ ਦੇ ਕਰਤੱਵ 9 ਦੀ 4 ਤੇ 5 ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਤਾਂ ਉਹ ਥੱਲੇ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਮੈਨੂੰ ਕਹਿੰਦੀ ਸੀ ਕਿ ਸੌਲ, ਹੇ ਸੌਲ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਜੀ। ਉਹਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈ? ਤਾਂ ਉਸਨੇ ਕਿਹਾ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਣਾ ਹੈ। ਹਾਂਜੀ, ਠੀਕ ਹੈ। ਸੋ ਇਹ ਦੇਖਣਾ ਪੈਂਦਾ ਹੈ ਕਿ ਪਿਤਾ ਦਾ ਜਿੱਥੇ ਰੋਲ ਹੈ, ਜਿੱਥੇ ਯਿਸੂ ਦਾ ਕੰਮ ਹੈ, ਜਿੱਥੇ ਪਵਿੱਤਰ ਆਤਮਾ ਦਾ ਕੰਮ ਹੈ, ਇਹ ਆਪਸ ਵਿੱਚ ਇਸ ਤਰ੍ਹਾਂ ਕਰਦੇ ਨੇ। ਸੋ ਇੱਕੋ ਹੀ ਗੱਲ ਹੈ, ਇਹ ਜਿਹੜਾ ਪਵਿੱਤਰ ਆਤਮਾ ਬੋਲੇਗਾ ਉਹੀ ਗੋਡ ਦਾ ਹੈਗਾ। ਗੋਡ ਮੀਨਸ ਪਿਤਾ ਦਾ ਇੱਕੋ ਹੀ। ਹਾਂ, ਮੇਰਾ ਖਿਆਲ ਹੁੰਦਾ ਹੈ ਸਵਾਲ ਸੀਗਾ, ਆਪਾਂ ਇਹ ਕਰ ਲਿਆ, ਪਰ ਆਪਾਂ ਨੂੰ ਇਹਦੇ ਵਿੱਚ ਬਹੁਤਾ ਕੋਈ ਇੰਨੀ ਛਾਣਬੀਨ ਦੀ ਮੇਰਾ ਖਿਆਲ ਨਹੀਂ ਲੋੜ ਵੀ ਇਹ ਸਾਡੇ ਨਾਲ ਪਵਿੱਤਰ ਆਤਮਾ ਨਾਲ ਗੱਲ ਕੀਤੀ ਆ ਜਾਂ ਇਹ ਯਿਸੂ ਨੇ ਗੱਲ ਕੀਤੀ ਹੈਗੀ। ਉਹ ਗੱਲ ਤਾਂ ਇੱਕੋ ਹੀ ਆ, ਗੱਲ, ਲੇਕਿਨ ਉਹ ਆਪਣੇ ਆਪਣੇ ਰੋਲ ਵਿੱਚ, ਹਾਂ, ਰੋਲ ਜਾਂ ਆਪਣੇ ਜਿਹੜੇ ਉਹਨਾਂ ਦੀ
ਕੀ ਕਹ ਲਓ ਰੋਲ ਹੀ ਹੈ। ਹਾਂਜੀ ਹਾਂਜੀ ਸੋ ਕੋਈ ਹੋਰ ਸਵਾਲ ਹੈ ਇਹਦੇ ਵਿੱਚ ਦੇਖ ਲਾਂਗੇ। ਹੁਣ ਪਿਤਾ ਦੀ ਗੱਲ ਆ ਰਹੀ ਹੈ ਨਾ। ਹਾਂਜੀ ਹਾਂਜੀ ਹਾਂ ਹਾਂ ਪਿਤਾ ਸੋ ਜੀ ਪਿਤਾ ਜੀ ਸੋ ਪਿਤਾ ਨੇ ਤੇ ਆਪਣਾ ਉਤਪਤੀ ਦਾ ਬੁੱਕ ਆਫ ਜੈਨਸਿਸ ਦੇ ਵਿੱਚ ਹੈ ਨਾ 1 ਦੀ 26 ਚ ਵੀ ਵੇਖ ਲਓ ਤੇ ਮਤਲਬ ਇਹ ਪਿਤਾ ਨੇ ਕਿਹਾ ਆਓ ਅਸੀਂ ਇਨਸਾਨ ਨੂੰ ਬਣਾਈਏ। ਹਾਂਜੀ ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਇਹ ਜਿੱਥੇ ਉਹਦਾ ਰੋਲ ਹੈ ਤੇ ਪੁਰਾਣੇ ਨੇਮ ਦੇ ਵਿੱਚ ਸਾਨੂੰ ਪਿਤਾ ਨਜ਼ਰ ਆਉਂਦਾ ਹੈ ਯਹੋਵਾ ਪਾਕ ਖੁਦਾ। ਮਤਲਬ ਇਹ ਮੀਨਸ ਕਿ ਪਿਤਾ ਪੁੱਤਰ ਪਵਿੱਤਰ ਆਤਮਾ। ਪਵਿੱਤਰ ਆਤਮਾ ਪੁਰਾਣੇ ਨੇਮ ਵਿੱਚ ਪਿਤਾ ਦੇ ਬਿਹਾਈਂਡ ਹੋ ਕੇ ਕੰਮ ਉਹੀ ਕਰ ਰਹੇ ਹੁੰਦੇ ਨੇ। ਹੁਣ ਦੇਖੋ ਨਾ ਅਗਰ ਅਸੀਂ ਦੇਖੀਏ ਤੇ ਬਹੁਤ ਹੀ ਅੱਛੀ ਐਗਜ਼ਾम्पल है कि ਉਤਪਤ ਦ ਬੁੱਕ ਆਫ ਜੈਨਸਿਸ ਪੈਦਾਇਸ਼ ਹੈ ਐਲੋਹੀਮ ਲਫ਼ਜ਼ ਇਸਤੇਮਾਲ ਹੋਇਆ ਹੈ ਜਿੱਥੇ ਉਹ ਕੀ ਕਹਿ ਰਹੇ ਨੇ ਬਹਾਲ ਕਰ ਰਹੇ ਨੇ ਜਿਹੜਾ ਕਿ ਖੁਦਾ ਨੇ ਇਹ ਧਰਤੀ ਆਕਾਸ਼ ਤੇ ਬਹੁਤ ਹੀ ਪਹਿਲੇ ਬਰਾਸ਼ੀਤ ਲਫ਼ਜ਼ ਸੀ ਨਾ ਬਣਾਇਆ ਸੀ। ਫਿਰ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਜੈਨਸਿਸ ਫਲੱਡ ਦੇ ਵਿੱਚ ਜਾਂ ਲੂਸੀਫਰ ਫਲੱਡ ਦੇ ਵਿੱਚ ਸਾਰਾ ਗੜਬੜ ਹੋ ਗਿਆ ਹੈ ਜਰਮਾਇਆ 4 ਸਾਰੇ ਉਹਦੇ ਵਿੱਚ। ਸੋ ਅਸੀਂ ਤਿੰਨਾਂ ਨੂੰ ਵੇਖਦੇ ਹਾਂ ਨਾ ਬਹੁਤ ਅੱਛੀ ਐਗਜ਼ਾम्पल ਹੈ ਲੇਕਿਨ ਕੰਮ ਇਹ ਇੱਕੋ ਹੀ ਕਰਦੇ ਹੁੰਦੇ ਨੇ। ਕ੍ਰੀਏਸ਼ਨ ਦੇ ਵਿੱਚ ਇਕੱਠੇ ਨੇ ਇਹ ਸੈਲਵੇਸ਼ਨ ਜਾਂ ਮੁਕਤੀ ਦੇ ਵਿੱਚ ਇਹਨਾਂ ਨੂੰ ਦੇਖਦੇ ਹਾਂ ਅਟੋਨਮੈਂਟ ਦੇ ਵਿੱਚ ਇਕੱਠੇ ਦੇਖਦੇ ਹਾਂ। ਸੋ ਇਸ ਤਰੀਕੇ ਨਾਲ ਕਈ ਚੀਜ਼ਾਂ ਨੇ ਕਿ ਇਹ ਇਕੱਠੇ ਹੀ ਨੇ। ਠੀਕ ਹੈ ਬਿਲਕੁਲ ਜੀ। ਅਗਰ ਇਹਨਾਂ ਨੂੰ ਤੁਸੀਂ ਵੱਖਰਾ ਵੀ ਕਰਨਾ ਚਾਹੁੰਦੇ ਹੋ ਤੇ ਬਾਈਬਲ ਵਿੱਚੋਂ ਦੇਖ ਲੈਂਦੇ ਆ ਜੇ ਪੂਰਾ ਆ ਜਾਏ। ਚਲੋ ਇਹ ਬਾਈਬਲ ਦੇ ਵਿੱਚੋਂ ਕੱਢ ਲਓ ਕ੍ਰੀਏਸ਼ਨ ਦੇ ਵਿੱਚ ਆ ਜਾਓ। ਹੁਣ ਮਤਲਬ ਇਹ ਸਵਾਲ ਦਾ ਜਵਾਬ ਪੂਰਾ ਹੋ ਜਾਏ। ਹਾਂ ਆਪਣਾ ਸਵਾਲ ਹੈਗਾ ਜੀ ਹਾਂ ਤੇ ਪਿਤਾ ਦਾ ਕੰਮ ਨਹੀਂ ਆਪਾਂ ਦੇਖ ਲੈ ਗੱਲ ਕੌਣ ਕਰ ਰਿਹਾ। ਅੱਛਾ ਗੱਲ ਕਰ ਗੱਲ ਜਦੋਂ ਠੀਕ ਹੈ ਠੀਕ ਹੈ। ਸੋ ਵੱਖਰੇ ਵੱਖਰੇ ਰੋਲ ਨੇ ਆਪਾਂ ਦੇਖ ਰਹੇ ਸਿਰਫ ਗੱਲ ਜਦੋਂ ਕਰ ਰਹੇ ਜਦੋਂ ਗੱਲ ਕਰ ਰਹੇ ਨੇ ਤੇ ਗੱਲ ਤਿੰਨਾਂ ਦੀ ਇੱਕੋ ਹੀ ਹੁੰਦੀ ਹੈ ਜਿਹੜਾ ਮਰਜ਼ੀ ਕਰ ਲੈ। ਹਾਂ ਗੱਲ ਸਿੰਪਲ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਆਪਾਂ ਇੱਥੇ ਬਿਲਕੁਲ ਠੀਕ ਹੈ ਬਸ ਕਰੀਏ ਜੀ। ਮੇਰਾ ਖਿਆਲ ਹੈ ਕਿ ਅਗਰ ਕੋਈ ਹੋਰ ਇਹਦੇ 'ਚ ਜਿਹਨੇ ਘੱਲਿਆ ਸ਼ਾਇਦ ਉਹਨੇ ਦੱਸਿਆ ਹੋਣਾ ਕਿ ਉਹ ਚਾਹ ਰਹੇ ਨੇ ਉਹਦੇ ਮੁਤਾਬਿਕ ਕਿਉਂਕਿ ਬੜਾ ਵਾਸਟ ਜਿਹਾ ਸਬਜੈਕਟ ਹੈ ਕਿੰਨਾ ਕੁ ਅਸੀਂ ਇਹਦੇ ਵਿੱਚ ਲੇਕਿਨ ਇਹ ਵੇ ਕਿ ਗੱਲਬਾਤ ਤਿੰਨਾਂ ਨੂੰ ਅਸੀਂ ਐਗਜ਼ਾम्पल ਦੇ ਦਿੱਤੀ ਹੈ। ਹੁਣ ਬੁੱਕ ਆਫ ਰੈਵਲੇਸ਼ਨ ਦੇ ਵਿੱਚ ਯਿਸੂ ਗੱਲ ਕਰ ਰਿਹਾ ਯਿਸੂ ਗੱਲ ਰਿਹਾ ਔਰ ਵਿੱਚ ਪਿਤਾ ਦਾ ਵੀ ਇੱਕ ਹੀ ਹੈ ਪਵਿੱਤਰ ਆਤਮਾ ਵੀ ਹੈ ਨਾ। ਬਿਲਕੁਲ। ਸੋ ਕਾਫੀ ਨੇ। ਸੋ ਆਪਣੇ ਖਾਦਮਾਂ ਦੇ ਵਸੀਲੇ ਨਾਲ ਵੀ ਗੱਲ ਕਰਦਾ ਹੈ। ਉਹ ਵੀ ਜਦੋਂ ਕੀ ਹੁੰਦੀ ਹੈ ਪ੍ਰੋਫਸੀ ਹੁੰਦੀ ਹੈ ਭਵਿੱਖਬਾਣੀ ਤੇ ਉਹ ਖੁਦਾ ਕੋਲ ਰਿਹਾ ਹੁੰਦਾ ਹੈ ਉਹਦੇ ਵਿੱਚ। ਠੀਕ ਬਿਲਕੁਲ ਜੀ। ਹਾਂ ਸੋ ਕੀ ਦੇਖਿਆ ਜੀ ਅੱਜ ਇੱਕ ਸਵਾਲ ਦੇ ਦੁਹਰਾ ਦਿਓ। ਹਾਂਜੀ ਇਹ ਸਵਾਲ ਸੀਗਾ ਜਦੋਂ ਰੱਬ ਸਾਡੇ ਨਾਲ ਗੱਲ ਕਰ ਰਿਹਾ ਹੈਗਾ ਵੀ ਉਹ ਕੌਣ ਗੱਲ ਕਰ ਰਿਹਾ ਪਵਿੱਤਰ ਆਤਮਾ ਜਾਂ ਯਿਸੂ ਮਸੀਹ ਜਾਂ ਪਿਤਾ ਪਰਮੇਸ਼ਰ ਇਹਨਾਂ ਚੋਂ ਕੌਣ ਗੱਲ ਕਰ ਰਿਹਾ ਹੈਗਾ ਹਾਂਜੀ। ਤੇ ਇਹਨਾਂ ਵਿੱਚੋਂ ਇਹ ਇੱਕੋ ਹੀ ਇਹ ਮੰਨਦੇ ਇਹਨਾਂ ਦੇ ਵਿੱਚ ਕੋਈ ਮਤਭੇਦ ਨਹੀਂ ਹੈਗਾ। ਇਸ ਤਰ੍ਹਾਂ ਨਹੀਂ ਹੈਗਾ ਪਵਿੱਤਰ ਆਤਮਾ ਨੇ ਕੁਝ ਹੋਰ ਕਹਿਣਾ ਤੇ ਯਿਸੂ ਨੇ ਕੁਝ ਹੋਰ ਕਹਿਣਾ ਤੇ ਰੱਬ ਦੀ ਗੱਲ ਇੱਕੋ ਹੀ ਹੈਗੀ ਆ। ਇਹਨਾਂ ਦੇ ਵੱਖਰੇ ਵੱਖਰੇ ਰੋਲ ਹੈ। ਹੁਣ ਜਿੱਥੋਂ ਤੱਕ ਮੈਂ ਸਮਝਦਾ ਜ਼ਿਆਦਾਤਰ ਪਵਿੱਤਰ ਆਤਮਾ ਸਾਡੇ ਨਾਲ ਗੱਲ ਕਰਦਾ ਜੀ ਉਹ ਨੁਮਾਇੰਦਾ ਹੈ ਸਾਡਾ ਸਹਾਇਕ ਆ। ਯਿਸੂ ਨੇ ਕਿਹਾ ਜੋ ਕੁਝ ਵੀ ਪਵਿੱਤਰ ਆਤਮਾ ਤੁਹਾਨੂੰ ਦੱਸੇਗਾ ਉਹ ਉਹੀ ਦੱਸੇਗਾ ਜੋ ਮੈਂ ਉਹਨਾਂ ਨੂੰ ਪਵਿੱਤਰ ਆਤਮਾ ਨੂੰ ਮੈਂ ਕਹੂੰਗਾ ਮੇਰੇ ਤੋਂ ਲੈ ਕੇ ਦੱਸੇਗਾ। ਹਾਂਜੀ ਬਿਲਕੁਲ। ਤੇ ਉਹ ਇੱਕ ਇਹ ਮਤਲਬ ਇੱਕ ਲਾਈਨ ਇੱਕ ਚੈਨਲ ਹੈ ਰੱਬ ਸਾਡਾ ਸਹਾਇਕ ਹੈ। ਹਾਂਜੀ ਤੇ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਵਿੱਤਰ ਆਤਮਾ ਦੇ ਲਈ ਜੋ ਸਾਡੇ ਵਿੱਚ ਰਹਿੰਦਾ ਹੈ ਸਾਡਾ ਸਹਾਇਕ ਮਦਦਗਾਰ। ਹਾਂਜੀ ਤੇ ਆਪਾਂ ਨੂੰ ਵੀ ਗੱਲ ਕਰਦੇ ਰਹਿਣਾ ਚਾਹੀਦਾ ਹੈ। ਔਰ ਅਗਰ ਪਵਿੱਤਰ ਆਤਮਾ ਨਾਲ ਅਸੀਂ ਰਾਬਤਾ ਰੱਖੀਏ ਐਜ਼ ਏ ਦੋਸਤ ਦੇ ਤੌਰ ਤੇ ਹਾਂਜੀ ਤੇ ਫਿਰ ਤੇ ਸਾਨੂੰ ਸਾਰੇ ਭੇਦ ਖੋਲ ਦਿੰਦਾ। ਪਹਿਲਾ ਕਰੰਥੀਆਂ 2 ਦੀ 10 ਤੋਂ ਲੈ ਕੇ ਤੇ ਪਹਿਲਾ ਕਰੰਥੀਆਂ 2 ਦੀ 10 ਚੈਪਟਰ ਤੋਂ ਲੈ ਕੇ ਤੇ 16 ਤੱਕ ਹੈ ਇਹ ਉਹ ਸਾਰੀਆਂ ਗੱਲਾਂ ਉਹ ਦੱਸਦਾ ਰਹਿੰਦਾ ਸਾਨੂੰ। ਹਾਂ ਠੀਕ ਹੈ। ਸੋ ਮਤਲਬ ਇਹ ਵੇ ਕਿ
ਮੇਨ ਇਹ ਵੇ ਕਿ ਹੁਣ ਉਹ ਹਰ ਇਮਾਨਦਾਰ ਦੇ ਅੰਦਰ ਹੈ। ਉਹ ਇੱਕ ਐਸਾ ਸੋਰਸ ਹੈ। ਸਾਨੂੰ ਤਾਂ ਪ੍ਰਾਰਥਨਾ ਨਹੀਂ ਕਰਨੀ ਆਉਂਦੀ, ਰੋਮੀਓ 8:26 ਸਾਨੂੰ ਪ੍ਰਾਰਥਨਾ ਨਹੀਂ ਕਰਨੀ ਆਉਂਦੀ। ਪਵਿੱਤਰ ਆਤਮਾ ਸਾਡੀ ਆਤਮਾ ਨਾਲ ਮਿਲ ਕੇ ਹੌਕੇ ਭਰ ਕੇ ਹੈ ਸਿਫਾਰਿਸ਼ ਜਾਂ ਸ਼ਫਾਇਤ ਜਾਂ ਇੰਟਰਸੈਸ਼ਨ ਕਰਦਾ ਹੈ। ਔਰ ਪਵਿੱਤਰ ਆਤਮਾ 27 ਆਇਤ ਵਿੱਚ ਵੇਖੋ ਕਿ ਉਹ ਖੁਦਾ ਦੀ ਮਰਜ਼ੀ ਨੂੰ ਬਿਆਨ ਕਰਦਾ। ਉਹ ਵਰਸ ਪੜ੍ਹਦੇ ਮਤਲਬ ਇਹ ਵੇ ਕਿ ਜਿੱਥੇ ਹੁਣ ਗੱਲ ਕਰ ਰਹੇ ਹਾਂ ਨਾ ਕਿ ਉਹ ਹੀ ਸਾਨੂੰ ਦੱਸਦਾ ਹੈ ਨਾ। ਹਾਂ ਬਿਲਕੁਲ 8:26 ਹੈ ਜੀ। ਹਾਂ 27 26 ਤੇ 27 ਦੋਏ ਪੜ੍ਹ ਦੋ। ਹਾਂ ਆਪਾਂ ਪੜ੍ਹਦੇ ਨੇ ਜੀ ਰੋਮੀਆਂ 8:26 ਔਰ 27 ਜੀ। ਉਸ ਦੇ ਵਿੱਚ ਲਿਖਿਆ ਹੈ, ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਲਭਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ। ਇਹ ਗੱਲ ਹੈ। ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਹਾਂ ਹਰ ਹਿਰਦਿਆਂ ਦਾ ਜਾਣਨ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸੰਤਾਂ ਲਈ ਸਿਫਾਰਿਸ਼ ਕਰਦਾ ਰਵੇ। ਕਿਤੇ ਪਰਮੇਸ਼ਵਰ ਦੀ ਇੱਛਾ ਜਿਹੜੀ ਉਹਦੀ ਹੁੰਦੀ ਹੈ ਪਵਿੱਤਰ ਆਤਮਾ ਦੇ ਥਾਈਂ ਉਹ ਕਰਦਾ ਗਾਈਡ ਕਰਦਾ। ਹਾਂ ਉਸ ਤਰ੍ਹਾਂ ਉਹ ਪ੍ਰੇਅਰ ਕਰਦਾ। ਇਸੇ ਲਈ ਬਹੁਤ ਹੀ ਵਰਸਿਸ ਨੇ ਜੀ। ਇਫਸੀਆਂ 6:18 ਪਾਲੂਸ ਰਸੂਲ ਕਹਿੰਦਾ ਹੈ ਕਿ ਭਾਈ ਸੰਤਾਂ ਲਈ ਰੂਹ 'ਚ ਦੁਆ ਕਰੋ, ਹੈ ਨਾ। ਸੋ ਬੜਾ ਹਰ ਜਗ੍ਹਾ ਉਹਨੇ ਸਾਨੂੰ ਘੇਰਿਆ ਦਾ ਹੈ ਨਾ। ਹਾਂਜੀ ਉਹ ਇੱਕ ਕਿਸਮ ਦਾ ਵਕੀਲ ਹੈ। ਦੂਸਰਾ ਹਾਂ ਹੈ ਬਿਲਕੁਲ ਜੀ। ਪਹਿਲਾ ਵਕੀਲ ਜਾਂ ਐਡਵੋਕੇਟ ਜਿਹੜਾ ਹੈ ਉਹ ਯਿਸੂ ਹੈ, ਦੂਸਰਾ ਇਹ ਹੈ। ਤੇ ਮੇਰਾ ਮਤਲਬ ਹੈ ਜਿੰਨਾ ਇਹਦੇ ਤੇ ਬੋਲੀਏ ਹੁਣ ਗੱਲ ਆਵਾਜ਼ ਦੀ ਆ ਰਹੀ ਹੈ। ਸੋ ਆਵਾਜ਼ ਜਾਂ ਕੌਣ ਬੋਲ ਰਿਹਾ ਇਹ ਤਿੰਨੇ ਬੋਲ ਰਹੇ ਨੇ ਹੈ ਬਿਲਕੁਲ ਜੀ। ਹੁਣ ਯਿਸੂ ਦੀ ਅਗਰ ਡਿਸਕ੍ਰਿਪਸ਼ਨ ਤੁਸੀਂ ਦੇਖੋ ਨਾ ਤੇ ਜਿਹੜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਦੇ ਵਿੱਚ ਇੱਕ ਦੀ ਹੈ ਨਾ 12 ਤੋਂ ਅੱਗੇ ਇਹ ਡੈਨੀਅਲ ਵਿੱਚ ਦੇਖੋ ਇਹ ਪਿਤਾ ਦੀ ਹੈ। ਸੋ ਸੇਮ ਗੱਲਾਂ ਨੇ। ਹਾਂ ਠੀਕ ਹੈ ਬਿਲਕੁਲ ਜੀ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ, ਆਪ ਦੇ ਵਚਨ ਦੇ ਲਈ ਜੋ ਸਾਨੂੰ ਗਾਈਡ ਕਰਦਾ ਹੈ ਔਰ ਆਪ ਸਾਡੇ ਨਾਲ ਗੱਲਬਾਤ ਕਰਦੇ ਹੋ ਜਿਸ ਤਰੀਕੇ ਦੇ ਨਾਲ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਅਸੀਂ ਆਪ ਦੇ ਹੋਰ ਕਰੀਬ ਆ ਜਾਈਏ, ਅਸੀਂ ਆਪ ਦੀ ਹੋਰ ਇੱਛਾ ਨੂੰ ਸਮਝ ਸਕੀਏ, ਆਪ ਦੇ ਨਾਲ ਗੱਲਬਾਤ ਪਰਮੇਸ਼ਰ ਪਿਤਾ ਕਰ ਸਕੀਏ, ਸਮਝ ਸਕੀਏ ਆਪ ਦੀ। ਪਰਮੇਸ਼ਰ ਪਿਤਾ ਸਾਨੂੰ ਉਹ ਆਤਮਾ ਦਿਓ ਜੋ ਪਰਮੇਸ਼ਰ ਪਿਤਾ ਅਸੀਂ ਫਰਕ ਸੱਚ ਤੇ ਝੂਠ ਤੇ ਦਾ ਫਰਕ ਸਪਿਰਿਟ ਆਫ ਡਿਸਰਨਮੈਂਟ ਪਰਮੇਸ਼ਰ ਪਿਤਾ ਜੋ ਰੂਹਾਂ ਦੇ ਪਰਖਣ ਦੀ ਪਰਮੇਸ਼ਰ ਪਿਤਾ ਸਾਨੂੰ ਉਹ ਆਤਮਾ ਦਿਓ ਤਾਂ ਕਿ ਅਸੀਂ ਜਾਣ ਸਕੀਏ ਆਪ ਦੀ ਇੱਛਾ ਨੂੰ, ਆਪ ਦੀ ਮਨ ਭਾਉਂਦੀ ਇੱਛਾ ਨੂੰ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਪਵਿੱਤਰ ਆਤਮਾ ਦੇ ਲਈ ਜੋ ਸਾਡਾ ਸਹਾਇਕ ਆਪ ਨੇ ਸਾਨੂੰ ਦਿੱਤਾ, ਇੱਕ ਮਸੀਹੀ ਨੂੰ ਜਿਸ ਦਾ ਨਵਾਂ ਜਨਮ ਹੋ ਚੁੱਕਿਆ ਹੈ। ਪਰਮੇਸ਼ਰ ਪਿਤਾ ਸਾਡਾ ਰਿਸ਼ਤਾ ਮਜ਼ਬੂਤ ਹੋ ਜਾਏ ਆਪ ਦੇ ਨਾਲ, ਪਵਿੱਤਰ ਆਤਮਾ ਦੇ ਨਾਲ, ਸਾਡੇ ਸੋਚਾਂ ਨੂੰ, ਸਾਡੇ ਖਿਆਲਾਂ ਨੂੰ ਪਰਮੇਸ਼ਰ ਪਿਤਾ ਇਸ ਤਰ੍ਹਾਂ ਦੇ ਬਣਾਓ ਸਾਡੇ ਮਨਾਂ ਨੂੰ ਤਾਂ ਕਿ ਅਸੀਂ ਆਪ ਦੇ ਨਾਲ ਗੱਲਬਾਤ ਦੀ ਜੋ ਆਪ ਕਰਦੇ ਹੋ ਸਾਡੇ ਨਾਲ ਉਸ ਨੂੰ ਸਮਝ ਸਕੀਏ, ਜਾਣ ਸਕੀਏ। ਪਰਮੇਸ਼ਰ ਪਿਤਾ ਜੋ ਵੀ ਸੁਣੇ ਇਸ ਵਚਨ ਨੂੰ ਪਰਮੇਸ਼ਰ ਪਿਤਾ ਆਪ ਦੇ ਵਚਨ ਦੀ ਜੋ ਗੱਲਬਾਤ ਜੋ ਪੜ੍ਹਿਆ ਜੋ ਗੱਲਬਾਤ ਕੀਤੀ ਪਰਮੇਸ਼ਰ ਪਿਤਾ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਟੱਕਦੇ ਹਾਂ ਔਰ ਹਰ ਇੱਕ ਦੇ ਲਈ ਬਰਕਤ ਮੰਗਦੇ ਹਾਂ ਔਰ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ।